ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਨਿਊ ਕਲਾਸੀਕਲ ਥਿਊਰੀ ਆਫ ਗਰੋਥ। ਨਿਊ ਕਲਾਸੀਕਲ ਥਿਊਰੀ ਆਫ ਗਰੋਥ ਸੋਲੋ, ਸਵੈਨ ਅਤੇ ਮੀਡ ਦੇ ਵਿਚਾਰਾਂ ਨਾਲ ਸੰਬੰਧਿਤ ਹੈ। ਇਹ ਥਿਊਰੀ ਨਿਊ ਕਲਾਸੀਕਲ ਇਕਨੋਮਿਕਸ ਦੀ ਇਸ ਅਜੰਪਸ਼ਨ 'ਤੇ ਆਧਾਰਿਤ ਹੈ ਕਿ ਫੈਕਟਰ ਆਫ ਪ੍ਰੋਡਕਸ਼ਨ ਵਿੱਚ ਸਬਸਟੀਟਿਊਸ਼ਨ ਪੋਸੀਬਲ ਹੈ। ਲੇਬਰ ਕੈਪੀਟਲ ਰੇਸ਼ੀਓ ਨੂੰ ਚੇਂਜ ਕੀਤਾ ਜਾ ਸਕਦਾ ਹੈ। ਲੇਬਰ ਦੀ ਥਾਂ 'ਤੇ ਕੈਪੀਟਲ ਅਤੇ ਕੈਪੀਟਲ ਦੀ ਥਾਂ 'ਤੇ ਲੇਬਰ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਹੈਰਾਡੋਮਰ ਮਾਡਲ ਇਸ ਅਜੰਪਸ਼ਨ 'ਤੇ ਆਧਾਰਿਤ ਹੈ ਕਿ ਲੇਬਰ ਕੈਪੀਟਲ ਦੇ ਵਿੱਚ ਸਬਸਟੀਟਿਊਸ਼ਨ ਪੋਸੀਬਲ ਨਹੀਂ ਹੈ। ਕੈਪੀਟਲ ਲੇਬਰ ਰੇਸ਼ੀਓ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਕੈਪੀਟਲ ਲੇਬਰ ਰੇਸ਼ੀਓ ਕੌਂਸਟੈਂਟ ਹੈ। ਲੇਬਰ ਦੀ ਥਾਂ 'ਤੇ ਕੈਪੀਟਲ ਅਤੇ ਕੈਪੀਟਲ ਦੀ ਥਾਂ 'ਤੇ ਲੇਬਰ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। ਇਹ ਹੈਰਾਡੋਮਰ ਨੇ ਕਿਹਾ ਸੀ। ਨਿਊ ਕਲਾਸੀਕਲ ਥਿਊਰੀ ਦੇ ਅਕੋਰਡਿੰਗ ਲੇਬਰ ਕੈਪੀਟਲ ਰੇਸ਼ੀਓ ਨੂੰ ਚੇਂਜ ਕਰਕੇ ਸਟੈਡੀ ਗਰੋਥ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕਦਾ ਹੈ। ਹੈਰਾਡੋਮਰ ਦੇ ਅਕੋਰਡਿੰਗ ਲੇਬਰ ਕੈਪੀਟਲ ਰੇਸ਼ੀਓ ਕੌਂਸਟੈਂਟ ਹੋਣ ਕਾਰਨ ਸਟੈਡੀ ਗਰੋਥ ਨੂੰ ਮੇਨਟੇਨ ਨਹੀਂ ਕਰਕੇ ਰੱਖਿਆ ਜਾ ਸਕਦਾ। ਸਟੈਡੀ ਗਰੋਥ ਨੂੰ ਮੇਨਟੇਨ ਕਰਨਾ ਔਖਾ ਹੁੰਦਾ, ਪਰ ਨਿਊ ਕਲਾਸੀਕਲ ਇਕਨੋਮਿਸਟ ਆਸ਼ਾਵਾਦੀ ਹੈ। ਉਹ ਕਹਿੰਦੇ ਆ ਕਿ ਕੈਪੀਟਲ ਲੇਬਰ ਰੇਸ਼ੀਓ ਨੂੰ ਚੇਂਜ ਕਰਕੇ ਸਟੈਡੀ ਗਰੋਥ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕਦਾ। ਇਸ ਨੂੰ ਮੇਨਟੇਨ ਕਰਕੇ ਰੱਖਣਾ ਕੋਈ ਔਖਾ ਕੰਮ ਨਹੀਂ ਹੈ। ਇਸ ਥਿਊਰੀ ਦੀਆਂ ਕੁਝ ਅਜੰਪਸ਼ਨਸ ਹੈ। ਇਹਨਾਂ ਅਜੰਪਸ਼ਨਸ ਦੇ ਲਾਗੂ ਹੋਣ ਨਾਲ ਹੀ ਥਿਊਰੀ ਲਾਗੂ ਹੋਊਗੀ। ਪਹਿਲੀ ਅਜੰਪਸ਼ਨ ਹੈ ਟੂ ਫੈਕਟਰ ਆਫ ਪ੍ਰੋਡਕਸ਼ਨ, ਲੇਬਰ ਐਂਡ ਕੈਪੀਟਲ ਹੈ। ਲੇਬਰ ਅਤੇ ਕੈਪੀਟਲ ਉਤਪਾਦਨ ਦੇ ਦੋ ਸਾਧਨ ਹੈ। ਦੂਸਰੀ ਹੈ ਸਬਸਟੀਟਿਊਸ਼ਨ ਆਫ ਲੇਬਰ ਐਂਡ ਕੈਪੀਟਲ ਪੋਸੀਬਲ, ਲੇਬਰ ਦੀ ਥਾਂ 'ਤੇ ਕੈਪੀਟਲ ਅਤੇ ਕੈਪੀਟਲ ਦੀ ਥਾਂ 'ਤੇ ਲੇਬਰ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਕੌਂਸਟੈਂਟ ਰਿਟਰਨਸ ਟੂ ਸਕੇਲ, ਇਕੋਨਮੀ ਦੇ ਵਿੱਚ ਉਤਪਾਦਨ ਕੌਂਸਟੈਂਟ ਰਿਟਰਨਸ ਟੂ ਸਕੇਲ ਦੇ ਅਕੋਰਡਿੰਗ ਹੋ ਰਿਹਾ ਹੈ। ਫੁੱਲੀ ਇੰਪਲਾਇਮੈਂਟ, ਇਕੋਨਮੀ 'ਚ ਕੋਈ ਵੀ ਬੇਰੁਜ਼ਗਾਰ ਨਹੀਂ ਹੈ। ਪਰਫੈਕਟ ਕੰਪੀਟੀਸ਼ਨ, ਮਾਰਕੀਟ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਹੈ। ਪ੍ਰਾਈਸਿਸ ਆਰ ਫਲੈਕਸੀਬਲ, ਬੈਲੈਂਸਡ ਗਰੋਥ ਪੋਲਿਸੀ ਅਡੋਪਟ ਕੀਤੀ ਹੋਈ ਹੈ। ਮੀਨਿੰਗ ਕਲਾਸੀਕਲ ਇਕਨੋਮਿਸਟਸ ਦੇ ਅਕੋਰਡਿੰਗ ਮੀਨਿੰਗ ਆਫ ਇਕਨੋਮਿਕ ਗਰੋਥ, ਇਕਨੋਮਿਕ ਗਰੋਥ ਨੂੰ ਉਹਨਾਂ ਨੇ ਕੰਟੀਨਿਊਸ ਇਨਕਰੀਜ਼ ਇਨ ਪ੍ਰੋਡਕਸ਼ਨ ਕਿਹਾ ਹੈ। ਜਦੋਂ ਉਤਪਾਦਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੁੰਦਾ ਤਾਂ ਇਸ ਸਥਿਤੀ ਨੂੰ ਇਕਨੋਮਿਕ ਗਰੋਥ ਕਿਹਾ ਜਾਂਦਾ ਹੈ। ਇਸ ਇਕਨੋਮਿਕ ਗਰੋਥ ਦੀਆਂ ਦੋ ਫੀਚਰਸ ਦੱਸੀਆਂ ਉਹਨਾਂ ਨੇ। ਪਹਿਲੀ ਹੈ ਗ੍ਰੈਜੂਅਲ ਐਂਡ ਕੰਟੀਨਿਊਸ, ਦੂਜੀ ਹੈ ਹਾਰਮੋਨੀਅਸ। ਗ੍ਰੈਜੂਅਲ ਐਂਡ ਕੰਟੀਨਿਊਸ ਦਾ ਮਤਲਬ ਹੈ ਕਿ ਇਕਨੋਮਿਕ ਗਰੋਥ ਹੌਲੀ ਹੌਲੀ ਅਤੇ ਲਗਾਤਾਰ ਹੁੰਦੀ ਰਹਿੰਦੀ ਹੈ। ਇਕਨੋਮਿਕ ਗਰੋਥ ਹੌਲੀ ਹੌਲੀ ਅਤੇ ਲਗਾਤਾਰ ਚੱਲਣ ਵਾਲੀ ਪ੍ਰੋਸੈਸ ਹੈ। ਜਿਵੇਂ ਜੰਗਲ ਦਾ ਵਾਧਾ ਅਚਾਨਕ ਨਾ ਹੋ ਕੇ ਹੌਲੀ ਹੌਲੀ ਹੁੰਦਾ ਰਹਿੰਦਾ, ਉਸੇ ਤਰ੍ਹਾਂ ਇਕੋਨਮੀ ਵੀ ਹੌਲੀ ਹੌਲੀ ਅਤੇ ਲਗਾਤਾਰ ਗਰੋ ਕਰਦੀ ਰਹਿੰਦੀ ਹੈ। ਦੂਜੀ ਵਿਸ਼ੇਸ਼ਤਾ ਹੈ ਹਾਰਮੋਨੀਅਸ। ਇਕਨੋਮਿਕ ਗਰੋਥ ਹਾਰਮੋਨੀਅਸ ਹੁੰਦੀ ਹੈ। ਇਹਦੇ ਨਾਲ ਸਾਰੇ ਵਰਗਾਂ ਨੂੰ ਲਾਭ ਹੁੰਦੇ ਹੈ। ਇਕਨੋਮਿਕ ਗਰੋਥ ਸਾਰਿਆਂ ਵਾਸਤੇ ਲਾਭਦਾਇਕ ਹੁੰਦੀ ਹੈ। ਜਿਵੇਂ ਲੈਂਡ ਓਨਰ ਨੂੰ ਰੈਂਟ ਵੱਧ ਮਿਲਣ ਲੱਗ ਜਾਂਦੇ ਹੈ, ਲੇਬਰ ਨੂੰ ਵੇਜਿਸ ਵੱਧ ਮਿਲਣ ਲੱਗ ਜਾਂਦੀਆਂ, ਕੈਪੀਟਲਿਸਟ ਨੂੰ ਇੰਟਰਸਟ ਵੱਧ ਮਿਲਦੇ ਹੈ, ਐਂਟਰਪ੍ਰੇਨਿਓਰ ਨੂੰ ਪ੍ਰੋਫਿਟ ਵੱਧ ਮਿਲਣ ਲੱਗ ਜਾਂਦੇ ਹੈ। ਇਸ ਤਰ੍ਹਾਂ ਨਾਲ ਇਕਨੋਮਿਕ ਗਰੋਥ ਦੇ ਨਾਲ ਸਾਰੇ ਵਰਗਾਂ ਨੂੰ ਹੀ ਲਾਭ ਹੁੰਦਾ ਹੈ। ਹੁਣ ਇਹਨਾਂ ਨੇ ਦੱਸਿਆ ਡਿਟਰਮੀਨੈਂਟਸ ਆਫ ਇਕਨੋਮਿਕ ਗਰੋਥ। ਨਿਊ ਕਲਾਸੀਕਲ ਇਕਨੋਮਿਸਟਸ ਦੇ ਅਕੋਰਡਿੰਗ ਇਕਨੋਮਿਕ ਗਰੋਥ ਦਾ ਮੇਨ ਡਿਟਰਮੀਨੈਂਟ ਹੈ ਕੈਪੀਟਲ ਅਕਮੂਲੇਸ਼ਨ। ਕੈਪੀਟਲ ਅਕਮੂਲੇਸ਼ਨ ਨੂੰ ਇਹਨਾਂ ਨੇ ਮੇਨ ਡਿਟਰਮੀਨੈਂਟ ਦੱਸਿਆ ਇਕਨੋਮਿਕ ਗਰੋਥ ਦਾ। ਕੈਪੀਟਲ ਅਕਮੂਲੇਸ਼ਨ ਜਿੰਨੀ ਜ਼ਿਆਦਾ ਹੋਊਗੀ ਇਕਨੋਮਿਕ ਗਰੋਥ ਵੀ ਓਨੀ ਜ਼ਿਆਦਾ ਹੋਊਗੀ। ਇਕਨੋਮਿਕ ਗਰੋਥ ਡਿਪੈਂਡ ਕਰਦੀ ਹੈ ਸੇਵਿੰਗਸ ਦੇ ਉੱਤੇ। ਸੇਵਿੰਗ ਜ਼ਿਆਦਾ ਹੋਣਗੀਆਂ ਤਾਂ ਕੈਪੀਟਲ ਅਕਮੂਲੇਸ਼ਨ ਵੀ ਜ਼ਿਆਦਾ ਹੋਊਗੀ। ਸੇਵਿੰਗ ਡਿਪੈਂਡ ਕਰਦੀ ਹੈ ਰੇਟ ਆਫ ਇੰਟਰਸਟ ਦੇ ਉੱਤੇ ਅਤੇ ਇਨਕਮ ਲੈਵਲ ਦੇ ਉੱਤੇ। ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੋਊਗਾ ਤਾਂ ਸੇਵਿੰਗ ਵੀ ਜ਼ਿਆਦਾ ਹੋਊਗੀ। ਇਨਕਮ ਲੈਵਲ ਜ਼ਿਆਦਾ ਹੋਊਗਾ ਤਾਂ ਸੇਵਿੰਗ ਵੀ ਜ਼ਿਆਦਾ ਹੋਊਗੀ। ਰੇਟ ਆਫ ਇੰਟਰਸਟ ਘੱਟ ਹੋਊਗਾ ਤਾਂ ਸੇਵਿੰਗ ਘੱਟ ਹੋਊਗੀ। ਇਨਕਮ ਲੈਵਲ ਘੱਟ ਹੋਊਗਾ ਤਾਂ ਸੇਵਿੰਗ ਘੱਟ ਹੋਊਗੀ। ਇਸ ਤਰ੍ਹਾਂ ਨਾਲ ਜਦੋਂ ਇਕੋਨਮੀ ਦੇ ਵਿੱਚ ਰੇਟ ਆਫ ਇੰਟਰਸਟ ਅਤੇ ਇਨਕਮ ਲੈਵਲ ਜ਼ਿਆਦਾ ਹੋਊਗਾ ਤਾਂ ਉਦੋਂ ਸੇਵਿੰਗ ਜ਼ਿਆਦਾ ਹੋਊਗੀ। ਸੇਵਿੰਗ ਜ਼ਿਆਦਾ ਹੋਊਗੀ ਤਾਂ ਕੈਪੀਟਲ ਅਕਮੂਲੇਸ਼ਨ ਜ਼ਿਆਦਾ ਹੋਊਗੀ। ਕੈਪੀਟਲ ਅਕਮੂਲੇਸ਼ਨ ਜ਼ਿਆਦਾ ਹੋਊਗੀ ਤਾਂ ਇਕਨੋਮਿਕ ਗਰੋਥ ਵੀ ਜ਼ਿਆਦਾ ਹੋਊਗੀ।